हाँ जी, स्वागत है जी ਤੁਹਾਡਾ ਇੱਕ ਵਾਰੀ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ ਜੌਸ ਜੀ ਇੰਡੀਆ ਤੇ। ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤੇ ਚੈਨਲ ਨੂੰ ਤੁਸੀਂ ਹਜੇ ਤੱਕ ਸਬਸਕ੍ਰਾਈਬ ਕਰਕੇ ਨਹੀਂ ਰੱਖਿਆ ਤਾਂ ਵੀਡੀਓ ਦੇ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਵਾਲਾ ਬਟਨ ਜੀ ਦਿਖ ਜਾਊਗਾ, ਉਸ ਨੂੰ ਦਬਾ ਦਿਓ ਤੇ ਨਾਲ ਹੀ ਉਸਦੇ ਇੱਕ ਘੰਟੀ ਵਾਲਾ ਬਟਨ ਵੀ ਤੁਹਾਨੂੰ ਦਿਖ ਜਾਵੇਗਾ, ਉਸ ਨੂੰ ਵੀ ਦਬਾ ਦਿਓ ਤਾਂ ਕਿ ਇਨ ਫਿਊਚਰ ਜਦੋਂ ਵੀ ਮੈਂ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂ ਤਾਂ ਲਾਈਫ ਟਾਈਮ ਲਈ ਤੁਹਾਨੂੰ ਉਸਦਾ ਫ੍ਰੀ ਵਿੱਚ ਜਿਹੜਾ ਹੈ ਜੀ ਨੋਟੀਫਿਕੇਸ਼ਨ ਮਿਲਦਾ ਰਹੇ। ਅੱਜ ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਨ ਵਾਲਾ ਜੀ ਪੰਜਾਬੀ ਭਾਸ਼ਾ ਦੇ ਵਿਆਕਰਨ ਦੀ, ਗ੍ਰਾਮਰ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਆ। ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲਣ ਵਾਲੀ ਹੈ। ਵੀਡੀਓ ਨੂੰ ਸਕਿਪ ਨਹੀਂ ਕਰਨਾ ਤੇ ਪੂਰੀ ਤਰ੍ਹਾਂ ਤੁਹਾਨੂੰ ਇਸ ਦੇ ਵਿੱਚ ਸਮਝਾਇਆ ਜਾਏਗਾ, ਕਿਉਂਕਿ ਇਹ ਜਿਹੜੀ ਵੀਡੀਓ ਹੋਣ ਵਾਲੀ ਹੈ ਜੀ ਤੁਹਾਨੂੰ ਪੀਐਸਟੈਟ, ਸੀਟੈਟ ਅਤੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਪ੍ਰੀਖਿਆਵਾਂ ਹੁੰਦੀਆਂ ਨੇ ਉਸ ਦੇ ਰਿਗਾਰਡਿੰਗ ਤੁਹਾਨੂੰ ਬਹੁਤ ਹੀ ਜ਼ਿਆਦਾ ਇਹ ਇੰਪੋਰਟੈਂਟ ਹੋਣ ਵਾਲੀ ਹੈ। ਤੇ ਗੱਲ ਕਰਾਂਗੇ ਜੀ ਪੰਜਾਬੀ ਵਿਆਕਰਨ ਦੀ, ਗ੍ਰਾਮਰ ਪਾਰਟ ਦੀ। ਸ਼ੁਰੂ ਕਰਦੇ ਹਾਂ ਜੀ। ਵਿਆਕਰਨ ਦਾ ਸੰਬੰਧ ਭਾਸ਼ਾ ਨਾਲ ਹੁੰਦਾ ਹੈ ਤੇ ਭਾਸ਼ਾ ਦਾ ਨਿਵੇਕਲਾ ਤੇ ਵੱਖਰਾ ਵਿਆਕਰਨ ਹੁੰਦਾ ਹੈ। ਮੀਨਸ ਕਿ ਹਰ ਇੱਕ ਭਾਸ਼ਾ ਦਾ ਜਿਹੜਾ ਹੈ ਜੀ, ਕੋਈ ਵੀ ਲੈਂਗੁਏਜ ਹੈ, ਹਿੰਦੀ ਹੈ, ਇੰਗਲਿਸ਼ ਹੈ, ਸਾਰਿਆਂ ਦਾ ਜਿਹੜਾ ਹੈ ਜੀ ਆਪਣਾ ਹੀ ਵਿਆਕਰਨ ਹੁੰਦਾ ਹੈ। ਮੀਨਸ ਕਿ ਆਪਣੀ ਗ੍ਰਾਮਰ ਇੱਕ ਹੁੰਦੀ ਹੈ। ਵਿਆਕਰਨ ਦੇ ਨਿਯਮਾਂ ਨੂੰ ਜਦੋਂ ਬਣਾਇਆ ਜਾਂਦਾ ਹੈ ਤਾਂ ਸਗੋਂ ਭਾਸ਼ਾ ਵਿੱਚ ਇਹਨਾਂ ਨੂੰ ਪਛਾਣਿਆ ਜਾਂਦਾ ਹੈ। ਵਿਆਕਰਨ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜੀ। ਵਿਆਕਰਨ ਜਿਹੜਾ ਆਪਾਂ ਸ਼ਬਦ ਪੰਜਾਬੀ ਦੇ ਵਿੱਚ ਯੂਜ਼ ਕਰਦੇ ਹਾਂ ਜੀ, ਇਹ ਵਾਲਾ ਸ਼ਬਦ ਹੈ ਜਿਹੜਾ, ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਇਸ ਨੂੰ ਚੰਗੀ ਤਰ੍ਹਾਂ ਤੁਸੀਂ ਕੀ ਕਰਨਾ ਹੈ ਜੀ, ਯਾਦ ਰੱਖਣਾ ਹੈ। ਇਸ ਦਾ ਅਰਥ ਹੈ ਵਿਸ਼ਲੇਸ਼ਣ ਕਰਨਾ, ਜੋੜ ਖੋਲ੍ਹਣਾ ਜਾਂ ਕਿਸੇ ਸਮੂਹ ਦੇ ਅੰਗਾਂ ਨੂੰ ਅਲੱਗ-ਅਲੱਗ ਕਰਨਾ ਵਿਸ਼ਲੇਸ਼ਣ ਕਰਨਾ ਹੁੰਦਾ ਹੈ ਜੀ। ਮੀਨਸ ਕਿ ਉਸ ਨੂੰ ਖੋਲ੍ਹ ਕੇ ਲਿਖਣਾ ਜਾਂ ਉਸ ਨੂੰ ਚੰਗੀ ਤਰ੍ਹਾਂ ਡੀਪਲੀ ਜਾਣਕਾਰੀ ਦੇਣੀ। ਵਿਆਕਰਨ ਅੰਗਰੇਜ਼ੀ ਵਿੱਚ ਗ੍ਰਾਮਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅੰਗਰੇਜ਼ੀ ਵਿੱਚ ਵਿਆਕਰਨ ਨੂੰ ਗ੍ਰਾਮਰ ਕਿਹਾ ਜਾਂਦਾ ਹੈ ਤੇ ਯੂਨਾਨੀ ਮੂਲ ਤੋਂ ਪੈਦਾ ਹੋਏ ਇਸ ਸ਼ਬਦ ਦਾ ਅਰਥ ਹੈ ਲਿਖਣ ਦੀ ਕਲਾ। ਮੀਨਸ ਕਿ ਜਿਹੜਾ ਇਹ ਅੰਗਰੇਜ਼ੀ ਸ਼ਬਦ ਹੈ ਜੀ ਗ੍ਰਾਮਰ, ਇਹ ਯੂਨਾਨੀ ਭਾਸ਼ਾ ਦੇ ਸ਼ਬਦ ਤੋਂ ਲਿਆ ਗਿਆ ਜੀ। ਇਸ ਦਾ ਅਰਥ ਹੁੰਦਾ ਹੈ ਜੀ ਲਿਖਣ ਦੀ ਕਲਾ। ਵਿਆਕਰਨ ਦੀ ਪਰਿਭਾਸ਼ਾ ਦੀ ਗੱਲ ਕਰ ਲੈਂਦੇ ਹਾਂ ਜੀ। ਭਾਸ਼ਾ ਦੇ ਵਰਤਾਰੇ ਵਿੱਚ ਜਿਹੜੇ ਨਿਯਮ ਕੰਮ ਕਰਦੇ ਹਨ ਉਹਨਾਂ ਨੂੰ ਵਿਆਕਰਨ ਕਿਹਾ ਜਾਂਦਾ ਹੈ। ਭਾਸ਼ਾ ਨੂੰ ਲਿਖਣ ਲੱਗੇ ਜਿਹੜੇ ਨਿਯਮ ਕੰਮ ਕਰਦੇ ਹਨ ਜੀ, ਉਸ ਨੂੰ ਕੀ ਕਿਹਾ ਜਾਂਦਾ ਹੈ, ਉਸ ਨੂੰ ਵਿਆਕਰਨ ਕਿਹਾ ਜਾਂਦਾ ਹੈ। ਪ੍ਰਸਿੱਧ ਭਾਸ਼ਾ ਵਿਗਿਆਨੀ ਡਾਕਟਰ ਜੋਗਿੰਦਰ ਸਿੰਘ ਪੁਆਰ ਦੇ ਅਨੁਸਾਰ ਜਿਹੜੀ ਵਿਦਿਆ ਕਿਸੇ ਭਾਸ਼ਾ ਦਾ ਠੀਕ ਸਰੂਪ ਦੱਸ ਕੇ ਉਸ ਨੂੰ ਠੀਕ ਬੋਲਣ, ਲਿਖਣ ਤੇ ਪੜ੍ਹਨ ਦਾ ਢੰਗ ਸਿਖਾਉਂਦੀ ਹੈ, ਉਸ ਨੂੰ ਵਿਆਕਰਨ ਆਖਦੇ ਹਨ। ਇਸ ਤਰ੍ਹਾਂ ਡਾਕਟਰ ਪ੍ਰੇਮ ਪ੍ਰਕਾਸ਼ ਜੀ ਨੇ ਵੀ ਕਿਹਾ ਹੈ ਕਿ ਵਿਆਕਰਨ ਕਿਸੇ ਭਾਸ਼ਾ ਦੀ ਵਰਤੋਂ ਦੇ ਨਿਯਮਾਂ ਦਾ ਲੇਖਾ ਜੋਖਾ ਹੁੰਦੀ ਹੈ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਜਿਹੜੀ ਭਾਸ਼ਾ ਹੈ ਜੀ ਉਸ ਦੀ ਪੂਰੀ ਜਾਣਕਾਰੀ ਦੇ ਲਈ ਤੁਹਾਨੂੰ ਮੈਂ ਅੱਗੇ ਵਿਆਕਰਨ ਦੇ ਜਿਹੜੇ ਭਾਗ ਨੇ ਉਸ ਦੀ ਗੱਲ ਕਰਨਾ ਹੈ। ਵਿਆਕਰਨ ਦੇ ਜਿਹੜੇ ਭਾਗ ਨੇ ਜੀ ਉਹ 3 ਤਰ੍ਹਾਂ ਦੇ ਹੁੰਦੇ ਹਨ। ਛੋਟੀਆਂ ਕਲਾਸਾਂ ਦੇ ਵਿੱਚ ਤੁਹਾਨੂੰ ਇਹ ਜ਼ਿਆਦਾਤਰ 2 ਹੀ ਤਰ੍ਹਾਂ ਦੇ ਹੁੰਦੇ ਨੇ। ਕਈ ਬੁੱਕਸ ਦੇ ਵਿੱਚ ਮੈਂ ਦੇਖਿਆ ਜੀ ਉੱਥੇ 2 ਤਰ੍ਹਾਂ ਦੇ ਹੁੰਦੇ ਨੇ, ਵਰਣਬੋਧ ਤੇ ਸ਼ਬਦਬੋਧ। ਵਾਕਬੋਧ ਦੀ ਜਿਹੜੀ ਹੈ ਜੀ ਜਾਣਕਾਰੀ ਉੱਥੇ ਨਹੀਂ ਦਿੱਤੀ ਜਾਂਦੀ, ਪਰ ਜਿਹੜੀ ਇਹ ਬੁੱਕ ਹੈ ਜੀ ਇਹ ਵੱਡੀ ਕਲਾਸ ਦੀ ਬੁੱਕ ਹੈ, ਇਸ ਕਰਕੇ ਇਸ ਦੇ ਵਿੱਚ 3 ਪਾਰਟਸ ਦੇ ਵਿੱਚ ਇਸ ਨੂੰ ਵਿਆਕਰਨ ਦੇ ਭਾਗਾਂ ਨੂੰ ਦੱਸਿਆ ਗਿਆ ਹੈ। ਸਭ ਤੋਂ ਪਹਿਲਾਂ ਹੁੰਦਾ ਹੈ ਜੀ ਵਰਣਬੋਧ। ਵਰਨ ਕੀ ਹੁੰਦੇ ਨੇ? ਅੱਖਰ। ਸ਼ਬਦਬੋਧ, ਇਸ ਤੋਂ ਬਾਅਦ ਵਾਕਬੋਧ। ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਮੈਂ ਦੇ ਦਿੰਦਾ ਜੀ। ਸਭ ਤੋਂ ਪਹਿਲਾਂ ਵਰਣਬੋਧ ਦੀ ਗੱਲ ਕਰ ਲੈਂਦੇ ਹਾਂ। ਵਰਨ ਹੁੰਦਾ ਜੀ ਇੱਕ ਅੱਖਰ, ਜਿਵੇਂ ਊੜਾ, ਆੜਾ, ਈੜੀ, ਸੱਸਾ, ਹਾਹਾ, ਸਾਰੇ ਦੇ ਸਾਰੇ ਕੀ ਅੱਖਰ ਨੇ? ਸਾਰੇ ਦੇ ਸਾਰੇ ਇਹ ਵਰਨ ਨੇ ਜਾਂ ਅੱਖਰ ਨੇ। ਇਸ ਤੋਂ ਬਾਅਦ ਸ਼ਬਦਬੋਧ ਕੀ ਹੁੰਦਾ ਹੈ? ਸ਼ਬਦ ਹੁੰਦਾ ਜੀ ਜਦੋਂ ਅੱਖਰਾਂ ਨੂੰ ਇੱਕ ਖਾਸ ਲਗਾ ਤੇ ਲਗਾ ਮਾਤਰਾ ਦੀ ਸਹਾਇਤਾ ਨਾਲ ਜੋੜ ਕੇ ਲਿਖ ਲੈਂਦੇ ਹਾਂ, ਉਸ ਤੋਂ ਬਾਅਦ ਬਣ ਜਾਂਦਾ ਜੀ ਸ਼ਬਦ। ਤੇ ਸ਼ਬਦਾਂ ਨੂੰ ਇੱਕ ਖਾਸ ਤਰਤੀਬ ਦੇ ਵਿੱਚ ਜਦੋਂ ਆਪਾਂ ਲਿਖਦੇ ਹਾਂ ਜੀ, ਉਹ ਕੀ ਬਣ ਜਾਂਦਾ? ਇੱਕ ਵਾਕ। ਤੇ ਇਸ ਤੋਂ ਬਾਅਦ ਵਰਣਬੋਧ ਦੀ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਨੇ। ਵਰਨ ਤੋਂ ਭਾਵ ਹੈ ਜੀ ਅੱਖਰ। ਵਰਨ ਤੋਂ ਭਾਵ ਹੈ ਅੱਖਰ। ਬੋਧ ਤੋਂ ਭਾਵ ਹੈ ਗਿਆਨ, ਜਿਸ ਦੀ ਜਾਣਕਾਰੀ ਹੈ। ਵਰਨ ਤੋਂ ਭਾਵ ਹੈ ਮੀਨਸ ਕਿ ਹੁਣ ਮੈਂ ਤੁਹਾਨੂੰ ਇਹ ਵੀ ਕਲੀਅਰ ਕਰ ਦੇਣਾ। ਵਰਨ ਤੋਂ ਭਾਵ ਹੈ ਵਰਨ ਬੋਧ। ਬੋਧ ਦਾ ਮਤਲਬ ਇੱਥੇ ਹੈ ਜੀ ਗਿਆਨ ਪ੍ਰਾਪਤ ਕਰਨਾ। ਮੀਨਸ ਕਿ ਅੱਖਰਾਂ ਦਾ ਜਿਹੜੀ ਆਪਾਂ ਜਾਣਕਾਰੀ ਇਕੱਠੀ ਕਰਨੀ ਹੈ ਜਾਂ ਉਹਨਾਂ ਦਾ ਗਿਆਨ ਪ੍ਰਾਪਤ ਕਰਨਾ ਹੈ। ਵਰਨ ਤੋਂ ਭਾਵ ਹੈ ਅੱਖਰਾਂ ਦੀ ਜਾਣਕਾਰੀ ਕਿਹਾ ਜਾ ਸਕਦਾ ਹੈ। ਅੱਖਰ ਜਾਂ ਵਰਨ ਭਾਸ਼ਾ ਦੀ ਮੁੱਢਲੀ ਇਕਾਈ ਹੁੰਦੇ ਹਨ। ਭਾਸ਼ਾ ਦੀ ਸਭ ਤੋਂ ਪਹਿਲੀ ਇਕਾਈ ਜਿਹੜੀ ਹੈ ਜੀ ਉਹ ਅੱਖਰ ਜਾਂ ਵਰਨ ਹੀ ਹੁੰਦੇ ਹਨ, ਮੁੱਢਲੀ ਇਕਾਈ ਹੁੰਦੇ ਹਨ। ਇਹਨਾਂ ਅੱਖਰਾਂ ਦੇ ਅਧੀਨ ਉਚਾਰਨ, ਅੱਖਰਾਂ ਦੀ ਬਣਾਵਟ, ਲਗਾ ਮਾਤਰਾਵਾਂ, ਲਗਾ ਅੱਖਰਾਂ ਦੇ ਨਿਯਮਾਂ ਬਾਰੇ ਜਾਣਕਾਰੀ ਜਿਹੜੀ ਹੈ ਜੀ ਸਾਨੂੰ ਹਾਸਲ ਹੁੰਦੀ ਹੈ। ਇਸ ਤੋਂ ਬਾਅਦ ਵਰਨਮਾਲਾ ਦੀ ਗੱਲ ਕਰ ਲੈਂਦੇ ਹਾਂ ਜੀ। ਵਰਨਮਾਲਾ ਊੜਾ ਤੋਂ ਲੈ ਕੇ ਲੱਲਾ ਤੱਕ ਜਿਹੜੀ ਹੈ ਪੰਜਾਬੀ ਦੇ ਵਿੱਚ, ਲੱਲੇ ਪੈਰ ਬਿੰਦੀ ਤੱਕ ਜਿਹੜੀ ਵਰਨਮਾਲਾ ਹੈ। ਵਰਨ ਵੰਡ, ਸੱਸਾ ਸਵਰ ਅੱਖਰ ਹੁੰਦੇ ਆ ਜੀ। ਵਰਨ ਵੰਡ ਜਿਹੜੀ ਆਪਾਂ 2 ਭਾਗਾਂ ਦੇ ਵਿੱਚ ਕਰਦੇ ਹਾਂ, ਸਵਰ ਅਤੇ ਵਿਅੰਜਨ। ਪੰਜਾਬੀ ਦੇ ਵਿੱਚ ਸਵਰ ਊੜਾ, ਆੜਾ ਤੇ ਈੜੀ ਅੱਖਰ ਹਨ ਜੀ। ਊੜਾ, ਆੜਾ ਤੇ ਈੜੀ ਅੱਖਰ ਜਿਹੜੇ ਨੇ ਸਵਰ ਨੇ। ਵਿਅੰਜਨ ਹੈ ਜੀ ਸੱਸੇ ਤੋਂ ਲੈ ਕੇ ਲੱਲੇ ਤੱਕ ਪੈਰ ਦੇ ਜਿੰਨੇ ਵੀ ਅੱਖਰ ਨੇ, 32 ਅੱਖਰ ਹੁੰਦੇ ਨੇ ਜੀ। ਇਹ ਸਾਰੇ ਦੇ ਸਾਰੇ ਕੀ ਨੇ? ਇਹ ਵਰਨ ਨੇ। ਇਸ ਤੋਂ ਬਾਅਦ ਲਗਾ ਮਾਤਰਾਵਾਂ ਦੀ ਗੱਲ ਕਰ ਲੈਂਦੇ ਹਾਂ ਜੀ। ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦਲੈਂਕੜ, ਹੋੜਾ ਤੇ ਘਨੌੜਾ। ਲਗਾ ਅੱਖਰ ਦੀ ਗੱਲ ਕਰ ਲੈਂਦੇ ਹਾਂ। ਬਿੰਦੀ, ਟਿੱਪੀ ਤੇ ਅੱਧਕ। ਲਗਾ ਮਾਤਰਾਵਾਂ ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦਲੈਂਕੜ, ਲਾਂ, ਦਲਾਂ, ਹੋੜਾ ਤੇ ਘਨੌੜਾ। ਲਗਾ ਅੱਖਰ ਜਿਹੜੇ ਹੁੰਦੇ ਨੇ ਜੀ ਬਿੰਦੀ, ਟਿੱਪੀ ਤੇ ਅੱਧਕ। ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਲੀਅਰ ਕਰ ਦੇਣੀ ਚਾਹੁੰਦਾ ਜੀ। ਪੰਜਾਬੀ ਦੇ ਵਿੱਚ ਜਿਹੜੇ ਅੱਖਰ ਨੇ ਉਹ 41 ਅੱਖਰ ਨੇ। ਤੇ ਜੇਕਰ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਪਹਿਲਾਂ ਵਾਲੀ ਪੰਜਾਬੀ ਦੇ ਵਿੱਚ, ਜਾਂ ਮਤਲਬ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਸ਼ੁਰੂਆਤੀ ਪੰਜਾਬੀ ਦੇ ਵਿੱਚ ਕਿੰਨੇ ਅੱਖਰ ਸੀ, ਉਹ ਸੀਗੇ ਜੀ 35।
ਤੇ ਹੁਣ ਜਿਹੜੇ 6 ਅੱਖਰ ਨੇ ਜੀ ਉਹ ਜੋੜ ਦਿੱਤੇ ਗਏ ਨੇ। ਬਿੰਦੀ ਵਾਲੇ ਅੱਖਰ ਜਿਹੜੇ ਤੁਸੀਂ ਕਈ ਵਾਰ ਦੇਖਦੇ ਹੋ ਪੈਰ ਦੇ ਵਿੱਚ ਬਿੰਦੀ ਲੱਗੀ ਹੁੰਦੀ ਹੈ, ਇਹ ਜਿਹੜੇ ਅੱਖਰ ਨੇ ਇਹ ਨਵੇਂ ਜੋੜ ਦਿੱਤੇ ਗਏ ਨੇ। ਤੇ ਸੱਸਾ ਸਵਰ ਅੱਖਰ ਜਿਹੜੇ ਨੇ ਊੜਾ ਆੜਾ ਤੇ ਈੜੀ ਨੇ, ਇਹ ਜਿਹੜੇ ਅੱਖਰ ਨੇ ਜੀ ਇਹ 3 ਨੇ। ਤੇ ਵਿਅੰਜਨ ਅੱਖਰ ਸੱਸੇ ਤੋਂ ਲੈ ਕੇ ਜਿਹੜੇ ਨੇ 32 ਅੱਖਰ ਬਣਦੇ ਨੇ ਜੀ, ਇਹ ਲੱਲੇ ਪੈਰ ਬਿੰਦੀ ਵਾਲੇ ਅੱਖਰ ਜਿਹੜੇ ਇਸ ਦੇ ਵਿੱਚ ਨਹੀਂ ਆਉਂਦੇ। ਇਸ ਤੋਂ ਬਾਅਦ ਸ਼ਬਦ ਬੋਧ ਦੀ ਗੱਲ ਕਰ ਲੈਂਦੇ ਆ ਜੀ। ਸ਼ਬਦ ਬੋਧ ਕੀ ਹੁੰਦਾ ਹੈ ਉਹ ਵੀ ਮੈਂ ਤੁਹਾਨੂੰ ਡੀਪਲੀ ਸਮਝਾ ਦਿੰਦਾ ਜੀ। ਸ਼ਬਦ ਬੋਧ ਵਿਆਕਰਨ ਦਾ ਉਹ ਭਾਗ ਹੈ ਜਿਸ ਦੇ ਅਧੀਨ ਸ਼ਬਦਾਂ ਦੀ ਰਚਨਾ ਹੁੰਦੀ ਹੈ ਜੀ। ਸ਼ਬਦਾਂ ਦਾ ਭੇਦ ਪਤਾ ਲੱਗਦਾ ਹੈ, ਸ਼ਬਦਾਂ ਦੇ ਰੂਪਾਂ ਦੇ ਬਾਰੇ ਸਾਨੂੰ ਜਿਹੜੀ ਹੈ ਜਾਣਕਾਰੀ ਮਿਲਦੀ ਹੈ। ਤੇ ਇਸ ਤੋਂ ਬਾਅਦ ਤੁਹਾਨੂੰ ਮੈਂ ਦੱਸ ਦੇਣਾ ਅੱਖਰਾਂ, ਲਗਾ ਮਾਤਰਾਵਾਂ ਤੇ ਲਗਾ ਅੱਖਰਾਂ ਆਦਿ ਦੇ ਸੁਮੇਲ ਤੋਂ ਸ਼ਬਦ ਦੀ ਜਿਹੜੀ ਹੈ ਜੀ ਉਹ ਰਚਨਾ ਹੁੰਦੀ ਹੈ। ਸ਼ਬਦ ਬੋਧ ਅਧੀਨ ਸਾਨੂੰ ਸ਼ਬਦਾਂ ਦੀ ਸ਼ੁੱਧ ਰਚਨਾ, ਸ਼ਬਦਾਂ ਦੀ ਠੀਕ ਜਿਹੜੀ ਹੈ ਵੰਡ, ਸ਼ਬਦਾਂ ਦੀ ਠੀਕ ਢੰਗ ਨਾਲ ਵਰਤੋਂ, ਸ਼ਬਦਾਂ ਦੇ ਆਪਸੀ ਸੰਬੰਧਾਂ, ਨਵੇਂ ਸ਼ਬਦਾਂ ਦੀ ਰਚਨਾ ਦੀ ਜਿਹੜੀ ਹੈ ਜਾਣਕਾਰੀ ਮਿਲਦੀ ਹੈ। ਸੰਖੇਪ ਵਿੱਚ ਸ਼ਬਦ ਬੋਧ ਦੀ ਵੰਡ ਹੇਠਾਂ ਅਨੁਸਾਰ ਕੀਤੀ ਜਾਂਦੀ ਹੈ ਜੀ। ਸ਼ਬਦ ਬਣਤਰ ਕੀ ਹੁੰਦੀ ਹੈ? ਸ਼ਬਦ ਬਣਤਰ ਜਿਹੜੀ ਹੁੰਦੀ ਹੈ ਜੀ, ਜਿਵੇਂ ਤੁਸੀਂ ਇੱਕ ਸ਼ਬਦ ਬਣਾਉਣਾ ਹੈ ਜੀ, ਮੰਨ ਲਓ ਇੱਥੇ ਤੁਹਾਨੂੰ ਦਿੱਤਾ ਹੋਇਆ ਅਮਨ ਸ਼ਬਦ ਬਣਾਉਣਾ ਜੀ ਤੁਸੀਂ, ਐੜਾ ਪਲੱਸ ਮੰਮਾ ਪਲੱਸ ਨੰਨਾ, ਇਹ ਕੀ ਬਣ ਗਿਆ ਜੀ ਅਮਨ। ਇਸ ਤੋਂ ਬਾਅਦ ਤੁਸੀਂ ਇੱਕ ਸਰਕਾਰ ਅੱਖਰ ਬਣਾਉਣਾ ਜੀ, ਸੱਸਾ ਰਾਰਾ ਕੱਕੇ ਨੂੰ ਕੰਨਾ ਪਲੱਸ ਰਾਰਾ ਸਰਕਾਰ, ਅਧਿਆਪਕ। ਇਸੇ ਤਰ੍ਹਾਂ ਹੀ ਅਲੱਗ-ਅਲੱਗ ਸ਼ਬਦ ਤੁਸੀਂ ਦੇਖ ਸਕਦੇ ਹੋ। ਸ਼ਬਦ ਰਚਨਾ ਕੀ ਹੁੰਦੀ ਹੈ? ਸ਼ਬਦ ਰਚਨਾ ਜਿਵੇਂ ਸਮਾਸੀ ਸ਼ਬਦ ਹੈ ਜੀ, ਇਸ ਦੇ ਵਿੱਚ ਭੁੱਖ ਪਲੱਸ ਨੰਗ, ਭੁੱਖਾ ਅਤੇ ਨੰਗ ਦੋ ਅਲੱਗ-ਅਲੱਗ ਸ਼ਬਦ ਨੇ। ਇੱਥੇ ਤੁਸੀਂ ਇੱਕ ਸਮਾਸੀ ਸ਼ਬਦ ਬਣ ਗਿਆ ਭੁੱਖ ਪਲੱਸ ਨੰਗ, ਭੁੱਖ ਨੰਗ। ਆਨੰਦ ਕਾਰਜ ਅਲੱਗ-ਅਲੱਗ ਸ਼ਬਦ ਨੇ ਜੀ, ਆਨੰਦ ਤੇ ਕਾਰਜ। ਇੱਥੇ ਆਨੰਦ ਤੇ ਕਾਰਜ ਕੀ ਬਣ ਗਿਆ? ਇੱਕ ਅਲੱਗ ਤੋਂ ਹੀ ਸ਼ਬਦ ਜਿਹੜਾ ਹੈ ਉਹ ਬਣ ਗਿਆ ਹੈ। ਇਸੇ ਤਰ੍ਹਾਂ ਸ਼ਬਦ ਸ਼੍ਰੇਣੀਆਂ ਜੀ, ਨਾਮ ਪੜਨਾਮ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ। ਸ਼ਬਦ ਰੂਪਾਂਤਰਨ ਹੁੰਦਾ ਜੀ ਨਾਮ ਤੋਂ ਕਿਰਿਆ, ਹਾਸੇ ਤੋਂ ਜਿਵੇਂ ਹੱਸਣਾ, ਸੁਧਾਰ ਤੋਂ ਸੁਧਾਰਨਾ, ਕੂਕ ਤੋਂ ਕੂਕਣਾ। ਇਸੇ ਤਰ੍ਹਾਂ ਨਾਮ ਤੋਂ ਵਿਸ਼ੇਸ਼ਣ ਹੈ ਜੀ, ਸੋਚ ਇੱਕ ਨਾਮ ਹੈ ਤੇ ਸੋਚ ਕੀ ਬਣ ਗਿਆ? ਵਿਸ਼ੇਸ਼ਣ ਹੈ। ਹੰਕਾਰ ਹੈ, ਹੰਕਾਰ ਇੱਕ ਨਾਮ ਹੈ ਤੇ ਹੰਕਾਰ ਤੋਂ ਹੰਕਾਰੀ। ਇਸੇ ਤਰ੍ਹਾਂ ਸ਼ਬਦਾਂ ਦੇ ਅਰਥ ਸੰਬੰਧੀ ਜਿਹੜੀ ਹੈ ਗੱਲ ਉਸ ਕਰ ਲੈਂਦੇ ਹਾਂ ਜੀ। ਵਿਰੋਧੀ ਸ਼ਬਦ ਹੁੰਦੇ ਨੇ ਸੱਚਾ ਜਿਵੇਂ ਝੂਠਾ, ਅਮੀਰ ਤੋਂ ਗਰੀਬ, ਦੁਖੀ ਤੋਂ ਸੁਖੀ। ਸਮਾਨਾਰਥਿਕ ਸ਼ਬਦ ਹੁੰਦੇ ਨੇ ਅਹੰਕਾਰ, ਅਹੰਕਾਰ, ਹੰਕਾਰ, ਹੰਕਾਰ, ਹਾਉਮੈ। ਮੀਨਸ ਕਿ ਇੱਕੋ ਹੀ ਮਤਲਬ ਇਹਨਾਂ ਦਾ ਕੀ ਬਣਦਾ ਜੀ, ਸਮਾਨਾਰਥਕ ਨੇ। ਇਹਨਾਂ ਦਾ ਮਤਲਬ ਜਿਹੜਾ ਹੰਕਾਰ ਦਾ ਜਿਹੜਾ ਹੈ ਜੀ ਹਉਮੈ, ਆਕੜ, ਹੈਂਕੜ। ਇਸਤਰੀ ਦਾ ਔਰਤ ਵੀ ਕਹਿੰਦੇ ਆ ਜੀ ਆਪਾਂ, ਜੋਰੂ ਵੀ ਕਹਿੰਦੇ, ਤੀਵੀਂ ਵੀ ਕਹਿੰਦੇ ਆ, ਸਵਾਣੀ ਵੀ ਕਹਿੰਦੇ ਆ। ਇਸੇ ਤਰ੍ਹਾਂ ਪਦ ਵੰਡ ਹੈ ਜੀ, ਅੱਗੇ ਪਦਾਂ ਦੀ ਵੰਡ ਦੇ ਅਨੁਸਾਰ ਵਾਚਨ ਸ਼ਬਦ, ਸ਼ਬਦ ਸ਼੍ਰੇਣੀਆਂ ਦੀ ਵੰਡ ਕੀਤੀ ਗਈ ਹੈ। ਨਾਮ, ਲਿੰਗ, ਵਚਨ, ਕਾਰਕ, ਕਾਰਕ ਰੂਪ, ਕਿਰਿਆ ਨਾਲ ਸੰਬੰਧ ਆਦਿ। ਬਹੁਅਰਥਿਕ ਸ਼ਬਦ ਨੇ ਸਰ, ਸਰੋਵਰ, ਸਰ ਜਾਣਾ, ਜਿੱਤਣਾ। ਇਸੇ ਤਰ੍ਹਾਂ ਹੀ ਅੱਗੇ ਵਾਕ ਬੋਧ ਹੈ ਜੀ। ਵਾਕ ਬੋਧ ਦੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਮੈਂ ਉਹ ਵੀ ਦੇ ਦਿੰਦਾ ਜੀ। ਵਾਕ ਸ਼ਬਦਾਂ ਦੇ ਸਾਰਥਕ ਮੇਲ ਨਾਲ ਵਾਕ ਦੀ ਜਿਹੜੀ ਹੈ ਜੀ ਉਹ ਰਚਨਾ ਕੀਤੀ ਜਾਂਦੀ ਹੈ। ਵਾਕ ਦੀ ਜਿਹੜੀ ਰਚਨਾ ਕੀਤੀ ਜਾਂਦੀ ਹੈ ਸ਼ਬਦਾਂ ਦੇ ਸਾਰਥਕ ਮੀਨਸ ਕਿ ਸ਼ਬਦਾਂ ਨੂੰ ਸਹੀ ਢੰਗ ਦੇ ਵਿੱਚ ਤੇ ਸਹੀ ਤਰਤੀਬ ਦੇ ਵਿੱਚ ਜਦੋਂ ਅਸੀਂ ਲਿਖਦੇ ਹਾਂ ਤਾਂ ਜਿਹੜੀ ਹੈ ਜੀ ਵਾਕ ਦੀ ਵੰਡ ਹੁੰਦੀ ਹੈ। ਜੇਕਰ ਤੁਹਾਡਾ ਇੱਕ ਵੀ ਸ਼ਬਦ ਉੱਗੜ ਦੁਗੜਿਆ ਲਿਖਿਆ ਜਾਂਦਾ ਤਾਂ ਪੂਰੇ ਦਾ ਪੂਰਾ ਵਾਕ ਜਿਹੜਾ ਜੀ ਤੁਹਾਡਾ ਉਸ ਦਾ ਮਤਲਬ ਗਲਤ ਹੋ ਸਕਦਾ ਹੈ ਜਾਂ ਉਹ ਪੂਰੇ ਦਾ ਪੂਰਾ ਵਾਕ ਤੁਹਾਡਾ ਗਲਤ ਹੋ ਜਾਂਦਾ ਹੈ। ਇਸ ਕਰਕੇ ਵਿਆਕਰਨ ਦੇ ਨਿਯਮਾਂ ਦੇ ਅਨੁਸਾਰ ਇਸ ਨੂੰ ਲਿਖਿਆ ਜਾਂਦਾ ਹੈ। ਦੂਜੀ ਗੱਲ ਕਰ ਲੈਂਦੇ ਹਾਂ ਵਿਆਕਰਨ ਦੀ ਜਿਹੜੀ ਹੈ ਜੀ ਇਹ ਸਭ ਤੋਂ ਵੱਡੀ ਇਕਾਈ ਹੈ ਵਾਕ, ਸਭ ਤੋਂ ਛੋਟੀ ਹੈ ਜੀ ਵਰਨ ਜਾਂ ਅੱਖਰ। ਇਸ ਤੋਂ ਬਾਅਦ ਵਾਕ ਤੋਂ ਕਿਸੇ ਭਾਸ਼ਾ ਦਾ ਨਿਰਮਾਣ ਹੁੰਦਾ ਹੈ। ਵਾਕ ਵਿੱਚ ਸ਼ਬਦਾਂ ਦਾ ਵੀ ਹੋ ਸਕਦਾ ਹੈ ਤੇ ਕਈ ਸ਼ਬਦਾਂ ਦਾ ਵੀ ਹੋ ਸਕਦਾ ਹੈ। ਵਾਕ ਜਿਹੜਾ ਜੀ ਇੱਕ ਅੱਖਰ ਦਾ ਵੀ ਹੋ ਸਕਦਾ ਹੈ ਤੇ ਇਸ ਤੋਂ ਜ਼ਿਆਦਾ ਹੋਰ ਵੀ ਕਈ ਵੱਡੇ ਤੋਂ ਵੱਡੇ ਅੱਖਰ ਵੀ ਹੋ ਸ਼ਬਦ ਵਾਕ ਦੇ ਵਿੱਚ ਕਈ ਸ਼ਬਦ ਜ਼ਿਆਦਾ ਵੀ ਹੋ ਸਕਦੇ ਹਨ। ਸਮੁੱਚੇ ਤੌਰ ਤੇ ਕਿਹਾ ਜਾਂਦਾ ਕਿ ਵਾਕ ਬੋਧ ਵਿਆਕਰਨ ਦੀ ਜਿਹੀ ਆਈ ਹੈ ਜਿਸ ਦੇ ਅਧੀਨ ਵਾਕ ਦੀ ਰਚਨਾ, ਵਾਕ ਵੰਡ, ਵਟਾਂਦਰਾ, ਵਿਸ਼ਰਾਮ ਚਿੰਨ੍ਹ ਆਦਿ ਦੇ ਨਿਯਮਾਂ ਬਾਰੇ ਜਿਹੜੀ ਹੈ ਜੀ ਸਾਨੂੰ ਜਾਣਕਾਰੀ ਮਿਲਦੀ ਹੈ। ਵਾਕ ਬੋਧ ਬਾਰੇ ਸੰਖੇਪ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ। ਵਾਕ ਦੀ ਬਣਤਰ ਜਾਂ ਵਾਕ ਦੀ ਰਚਨਾ ਕਿਵੇਂ ਹੁੰਦੀ ਹੈ? ਕਰਤਾ ਪਲੱਸ ਕਰਮ ਪਲੱਸ ਕਿਰਿਆ। ਇੰਗਲਿਸ਼ ਦੇ ਵਿੱਚ ਵੀ ਸੇਮ ਹੀ ਨਿਯਮ ਹੈ ਜੀ। ਇਸੇ ਤਰ੍ਹਾਂ ਹੀ ਇੰਗਲਿਸ਼ ਦੇ ਵਿੱਚ ਵੀ ਜਿਹੜਾ ਹੈ ਯੂਜ਼ ਕੀਤੀ ਜਾਂਦੀ ਹੈ। ਜਿਵੇਂ ਅਧਿਆਪਕ ਨੇ ਪਾਠ ਪੜ੍ਹਾਇਆ, ਅਧਿਆਪਕ ਨੇ ਪਾਠ ਪੜ੍ਹਾਇਆ। ਇੰਗਲਿਸ਼ ਦੇ ਵਿੱਚ ਕੀ ਹੈ ਜਿਹੜੇ ਇਹ ਕਰਤਾ ਕਰਮ ਅਤੇ ਜਿਹੜੇ ਇਹ ਆ ਜੀ ਇਹ ਥੋੜ੍ਹਾ ਉਲਟ ਪੁਲਟ ਕਰਕੇ ਮੀਨਸ ਕਿ ਪਹਿਲਾਂ ਕਿਰਿਆ ਕਰਮ ਇੱਦਾਂ ਇਸ ਨੂੰ ਉਲਟ ਕਰਕੇ ਯੂਜ਼ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਜਿਵੇਂ ਅਧਿਆਪਕ ਨੇ ਪਾਠ ਪੜ੍ਹਾਇਆ, ਅਧਿਆਪਕ ਕੀ ਹੈ ਜੀ ਇਸ ਦੇ ਵਿੱਚ ਕਰਤਾ ਹੈ। ਸਭ ਤੋਂ ਪਹਿਲਾਂ ਕੰਮ ਕਰਨ ਵਾਲਾ ਕੌਣ ਹੈ? ਇਸ ਦੇ ਵਿੱਚ ਅਧਿਆਪਕ ਹੈ। ਕਰਮ ਕੀ ਹੈ? ਮੀਨਸ ਕਿ ਉਹ ਕਿਸ 'ਤੇ ਕੰਮ ਕਰ ਰਿਹਾ ਹੈ? ਪਾਠ 'ਤੇ ਕੰਮ ਕਰ ਰਿਹਾ। ਅਤੇ ਕਿਰਿਆ ਕੀ ਹੈ? ਪੜ੍ਹਾਇਆ। ਕਿਰਿਆ ਕੀ ਉਸਨੇ ਕੀਤੀ? ਉਸਨੇ ਪਾਠ ਨੂੰ ਜਿਹੜਾ ਹੈ ਪੜ੍ਹਾਇਆ। ਬੱਚੀ ਖਾਣਾ ਖਾਂਦੀ ਹੈ। ਬੱਚੀ ਕੀ ਹੈ ਜੀ ਇਸ ਦੇ ਵਿੱਚ ਕਰਤਾ ਹੈ। ਕੰਮ ਕਰਨ ਵਾਲਾ ਕੌਣ ਹੈ? ਬੱਚੀ ਹੈ। ਅਤੇ ਕਰਮ ਕੀ ਹੁੰਦਾ ਜੀ ਜਿਸ ਦੇ ਉੱਪਰ ਆਪਾਂ ਕੰਮ ਕਰ ਰਹੇ ਹਾਂ। ਅਤੇ ਕਿਰਿਆ ਕੀ ਇਸ ਵਿੱਚ ਖਾਂਦੀ ਹੈ। ਇਸੇ ਤਰ੍ਹਾਂ ਵਾਕ ਦੀ ਜਿਹੜੀ ਵੰਡ ਹੈ ਜੀ ਉਹ ਦੱਸੀ ਹੋਈ ਆ। ਬਣਤਰ ਤੇ ਕਾਰਜ ਦੇ ਆਧਾਰ 'ਤੇ ਸਧਾਰਨ, ਸੰਯੁਕਤ, ਮਿਸ਼ਰਨ, ਪ੍ਰਸ਼ਨਵਾਚਕ, ਵਿਸਮਿਕ ਆਦਿ ਜਿਹੜੇ ਆ ਵਾਕਾਂ ਦੀ ਜਿਹੜੀ ਹੈ ਵੰਡ ਕੀਤੀ ਜਾਂਦੀ ਹੈ। ਵਾਕ ਵਟਾਂਦਰਾ ਜੀ ਸਧਾਰਨ ਤੋਂ ਸੰਯੁਕਤ ਵਾਕ, ਸੁਧਾਰ ਤੋਂ ਮਿਸ਼ਰਤ ਵਾਕ, ਹਾਂ ਵਾਚਕ ਤੋਂ ਨਾਵਾਚਕ ਵਾਕ ਜਿਹੜੀ ਹੈ ਜੀ ਇਸ ਤਰ੍ਹਾਂ ਇਸ ਨੂੰ ਪ੍ਰਯੋਗ ਜਿਹੜਾ ਹੈ ਇਸ ਨੂੰ ਅਲੱਗ-ਅਲੱਗ ਪਾਰਟਸ ਦੇ ਵਿੱਚ ਡਿਵਾਈਡ ਕਰਕੇ ਵੀ ਆਪਾਂ ਲਿਖ ਸਕਦੇ ਹਾਂ। ਵਿਸ਼ਰਾਮ ਚਿੰਨ੍ਹ
ਹੁਣ ਇੱਥੇ ਗੱਲ ਆਉਂਦੀ ਹੈ ਜੀ ਪੰਜਾਬੀ ਦੇ ਵਿੱਚ ਵਿਸ਼ਰਾਮ ਚਿੰਨ੍ਹ ਕਿੰਨੇ ਹਨ, ਉਸ ਦੀ ਜਾਣਕਾਰੀ ਮੈਂ ਤੁਹਾਨੂੰ ਦੇ ਦਿੰਦਾ। ਪੰਜਾਬੀ ਦੇ ਵਿੱਚ ਵਿਸ਼ਰਾਮ ਚਿੰਨ੍ਹ ਕਿੰਨੇ ਨੇ ਜੀ, ਉਹ ਤੁਸੀਂ ਧਿਆਨ ਦੇ ਨਾਲ ਦੇਖ ਲਿਓ। ਡੰਡੀ ਹੈ ਜੀ, ਪ੍ਰਸ਼ਨ ਚਿੰਨ੍ਹ ਹੈ, ਵਿਸਮਿਕ ਹੈ, ਕੌਮਾ, ਬਿੰਦੀ, ਬਿੰਦੀ ਕੌਮਾ, ਦੋ ਬਿੰਦੀ, ਡੈਸ਼, ਦੋ ਬਿੰਦੀ ਡੈਸ਼, ਪੁੱਠੇ ਕੌਮੇ, ਬ੍ਰੈਕਟ, ਜੋੜਨੀ, ਬਿੰਦੀ, ਛੁੱਟ ਮਰੋੜੀ ਆਦਿ। ਪੰਜਾਬੀ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਜੀ ਵਿਸ਼ਰਾਮ ਚਿੰਨ੍ਹ, ਤੁਸੀਂ ਇਹਨਾਂ ਦੀ ਗਿਣਤੀ ਵੀ ਕਰਕੇ ਦੇਖ ਸਕਦੇ ਹੋ ਕਿੰਨੀ ਹੈ। ਅਤੇ ਕਿਉਂਕਿ ਇਸ ਨੂੰ ਜੇ ਪੜ੍ਹੋਗੇ ਤਾਂ ਤੁਹਾਨੂੰ ਇਸ ਦੇ ਰਿਗਾਰਡਿੰਗ ਜਿਹੜੀ ਆ ਜਾਣਕਾਰੀ ਉਹ ਚੰਗੀ ਤਰ੍ਹਾਂ ਮਿਲ ਜਾਵੇਗੀ। ਜਿਸ ਤਰ੍ਹਾਂ ਮੈਂ ਵੀਡੀਓ ਦੇ ਵਿੱਚ ਬੋਲ ਰਿਹਾ ਜੀ, ਇਸ ਨੂੰ ਤੁਸੀਂ ਰਿਵਾਈਡ ਕਰਕੇ ਵੀ ਵੀਡੀਓ ਨੂੰ ਦੇਖ ਸਕਦੇ ਹੋ। ਫੁਟਕਲ, ਇਸ ਤੋਂ ਬਾਅਦ ਜਿਹੜੀ ਇਹ ਜਾਣਕਾਰੀ ਹੈ ਜੀ ਫੁਟਕਲ। ਵਿਆਕਰਨ ਦੇ ਇਸ ਭਾਗ ਵਿੱਚ ਵਾਕਾਂਸ਼, ਮੁਹਾਵਰੇ, ਅਖਾਣ ਆਦਿ ਦੀ ਵੀ ਜਿਹੜੀ ਹੈ ਜਾਣਕਾਰੀ ਦਿੱਤੀ ਜਾਂਦੀ ਹੈ। ਵਾਕਾਂਸ਼ ਕੀ ਹੁੰਦੇ ਨੇ? ਸ਼ਬਦਾਂ ਦੇ ਸਮੂਹ। ਅੱਗ ਦੇ ਭਾਅ ਬਹੁਤ ਮਹਿੰਗਾ। ਸ਼ਬਦਾਂ ਦੇ ਸਮੂਹ ਹੁੰਦੇ ਨੇ, ਅੱਗ ਦੇ ਭਾਅ ਦਾ ਹੁੰਦਾ ਜੀ ਮਤਲਬ ਬਹੁਤ ਮਹਿੰਗਾ। ਅੱਖਾਂ ਦਾ ਤਾਰਾ ਬਹੁਤ ਪਿਆਰਾ। ਮੁਹਾਵਰੇ, ਕਿਰਿਆ ਸਮੇਤ ਸ਼ਬਦਾਂ ਦਾ ਸਮੂਹ। ਉਸ ਤਰਿਆਂ ਦੀ ਮਾਲਾ, ਔਖਾ ਕੰਮ ਕਰਨਾ, ਅੱਖੀ ਘੱਟਾ ਪਾਉਣਾ, ਧੋਖਾ ਦੇਣਾ। ਅੱਗ ਦੇ ਭਾਅ ਹੋਣਾ, ਬਹੁਤ ਮਹਿੰਗਾ ਹੋਣਾ, ਹੱਡੀਆਂ ਦੀ ਮੁੱਠ ਬਹੁਤ ਕਮਜ਼ੋਰ। ਅਖਾਣ ਹੈ ਜੀ, ਵਾਕ ਵਰਗੀ ਇਕਾਈ ਹੁੰਦੀ ਹੈ ਇਹ ਅਖਾਣ। ਘਰ ਦਾ ਭੇਤੀ ਲੰਕਾ ਢਾਏ, ਘਰ ਦਾ ਭੇਤੀ ਨੁਕਸਾਨ ਪਹੁੰਚਾ ਸਕਦਾ ਹੈ। ਇਸੇ ਤਰ੍ਹਾਂ ਹੋਰ ਵੀ ਪੰਜਾਬੀ ਦੇ ਵਿੱਚ ਜੇਕਰ ਤੁਸੀਂ ਦੂਸਰੀਆਂ ਬੁੱਕਸ ਦੇ ਉੱਪਰ ਇਸ ਦੀ ਪ੍ਰੈਕਟਿਸ ਕਰੋਗੇ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਜਿਹੜੀ ਹੈ ਇਸ ਦੇ ਰਿਗਾਰਡਿੰਗ ਜਾਣਕਾਰੀ ਮਿਲਦੀ ਰਹੇਗੀ। ਦੋਸਤੋ, ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਆਪਣੇ ਫਰੈਂਡਸ ਦੇ ਵਿੱਚ ਸ਼ੇਅਰ ਕਰਿਓ, ਕਿਉਂਕਿ ਅੱਗੇ ਤੋਂ ਵੀ ਮੈਂ ਫਿਰ ਇਸ ਤਰ੍ਹਾਂ ਦੀਆਂ ਵੀਡੀਓ ਹੀ ਤੁਹਾਡੇ ਅਕੋਰਡਿੰਗ ਪੰਜਾਬੀ ਗ੍ਰਾਮਰ ਨੂੰ ਲੈ ਕੇ ਬਣਾਉਂਦਾ ਰਹਾਂਗਾ। ਅਤੇ ਫਿਰ ਹੀ ਮੇਰੇ ਵੀਡੀਓ ਬਣਾਉਣ ਦਾ ਮਕਸਦ ਹੈ ਜੀ ਕਿ ਤੁਹਾਨੂੰ ਇਸ ਦੀ ਰਿਗਾਰਡਿੰਗ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਹੈ ਪੰਜਾਬੀ ਭਾਸ਼ਾ ਨੂੰ ਲੈ ਕੇ ਜਾਣਕਾਰੀ ਮਿਲ ਸਕੇ ਅਤੇ ਤੁਹਾਡੇ ਜਿਹੜੇ ਪੇਪਰਸ ਨੇ ਜੀ ਉਹ ਕਲੀਅਰ ਹੋ ਸਕਣ। ਦੋਸਤੋ, ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਇਸ ਕਿਰਪਾ ਕਰਕੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ, ਅਤੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਇੱਕ ਵਾਰੀ ਲਾਈਕ ਕਰਨਾ ਨਾ ਭੁੱਲਿਓ। ਥੈਂਕ ਯੂ ਫਰੈਂਡਸ, ਥੈਂਕ ਯੂ ਫॉर ਵਾਚਿੰਗ ਜੌਬਸ GK ਇੰਡੀਆ ਚੈਨਲ।